ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਰੰਟ ਅਫੇਅਰਸ ਦੀ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋਏ ਅੱਜ ਆਪਾਂ 1 ਸਤੰਬਰ ਦੇ ਕਰੰਟ ਅਫੇਅਰਸ ਕਰਨੇ ਆ। ਦਿਸ ਵੀਡੀਓ ਇਜ਼ ਪ੍ਰੈਜ਼ੈਂਟਡ ਬਾਈ ਮੀਨਸ ਰਮਨਦੀਪ ਕੌਰ। ਠੀਕ ਹੈ, ਕਰੰਟ ਅਫੇਅਰਸ ਦੇ ਦੇਖੋ ਇਸ ਤੋਂ ਪਹਿਲਾਂ ਅਗਸਤ ਮੰਥ ਦੇ ਕਰੰਟ ਅਫੇਅਰ ਅਪਲੋਡ ਹੋ ਚੁੱਕੇ ਨੇ। ਜ਼ਰੂਰ ਉਹਨਾਂ ਵੀਡੀਓਜ਼ ਨੂੰ ਚੈੱਕਆਊਟ ਕਰਨਾ, ਵਿਜ਼ਿਟ ਕਰਨਾ। ਠੀਕ ਹੈ, ਪਲੇਲਿਸਟ ਤੁਹਾਨੂੰ ਮਿਲ ਜੂਗੀ ਚੈਨਲ ਦੇ ਉੱਤੇ। ਇਸ ਤੋਂ ਇਲਾਵਾ ਫਨਕਾਰ ਸਰ ਦੀਆਂ ਲਾਈਵ ਕਲਾਸਿਸ ਹੁੰਦੀਆਂ ਨੇ ਅਨ ਅਕੈਡਮੀ ਦੇ ਉੱਤੇ, ਤਾਂ ਉਹ ਵੀ ਜ਼ਰੂਰ ਉਹਨਾਂ ਨੂੰ ਚੈੱਕਆਊਟ ਕਰ ਲਿਓ। ਡਿਸਕ੍ਰਿਪਸ਼ਨ ਬਾਕਸ ਇੱਕ ਵਾਰ ਵਿਜ਼ਿਟ ਕਰ ਲਿਓ ਤੇ ਤੁਹਾਡੇ ਕੰਮ ਦੇ ਬਹੁਤ ਸਾਰੇ ਲਿੰਕਸ ਤੁਹਾਨੂੰ ਮਿਲ ਜਾਣਗੇ। ਟੈਲੀਗ੍ਰਾਮ ਗਰੁੱਪ ਹੈ, ਵਟਸਐਪ ਗਰੁੱਪ ਹੈ, ਉਹਨਾਂ ਦੇ ਲਿੰਕਸ ਵਗੈਰਾ ਤੁਹਾਨੂੰ ਉੱਥੇ ਮਿਲ ਜਾਣਗੇ। ਕਲੀਅਰ ਹੈ ਜੀ। ਕਰੰਟ ਅਫੇਅਰਸ ਦੇ ਵਿੱਚ ਆਪਾਂ 3 ਚੀਜ਼ਾਂ ਕਵਰ ਕਰਾਂਗੇ। ਇੱਕ ਤਾਂ ਨਵੀਆਂ ਨਿਊਜ਼ ਕਵਰ ਕਰਾਂਗੇ, ਉਹ ਉਸ ਸਟੇਟ ਜਾਂ ਉਸ ਕੋਈ ਆਰਗੇਨਾਈਜੇਸ਼ਨ ਜਿਹਦੇ ਬਾਰੇ ਆਪਾਂ ਅੱਜ ਨਿਊਜ਼ ਕਰਾਂਗੇ, ਜੇ ਉਹਦੇ ਰਿਲੇਟਡ ਕੋਈ ਪ੍ਰੀਵੀਅਸ ਡੇਜ਼ ਦੇ ਵਿੱਚ ਨਿਊਜ਼ ਆਈ ਹੋਊਗੀ ਤਾਂ ਉਹਨੂੰ ਵੀ ਜ਼ਰੂਰ ਆਪਾਂ ਦੁਬਾਰਾ ਤੋਂ ਰਿਵਾਈਜ਼ ਕਰਾਂਗੇ। ਪਲੱਸ ਕੀ ਹੈ, ਸਟੈਟਿਕ ਇਨਫੋਰਮੇਸ਼ਨ ਹੈ ਜਿਹੜੀ ਉਹ ਰਿਵਾਈਜ਼ ਕਰਾਂਗੇ। ਠੀਕ ਹੈ ਜੀ, ਸ਼ੁਰੂ ਕਰਦੇ ਹਾਂ ਆਪਾਂ ਨਿਊਜ਼ ਤੋਂ। ਪਹਿਲੀ ਨਿਊਜ਼ ਤੋਂ ਸਭ ਤੋਂ ਪਹਿਲੀ ਜਿਹੜੀ ਨਿਊਜ਼ ਹੈ ਸਪੋਰਟਸ ਨਾਲ ਰਿਲੇਟਡ ਹੈਗੀ। ਇੰਡੀਆ ਐਂਡ ਰਸ਼ੀਆ ਇਹਨਾਂ ਨੂੰ ਡਿਕਲੇਅਰ ਕੀਤਾ ਗਿਆ, ਵਿਨਰ ਡਿਕਲੇਅਰ ਕੀਤਾ ਗਿਆ ਆਫ ਫਿਡੇ FIDE ਬੋਲ ਸਕਦੇ ਹਾਂ, ਔਨਲਾਈਨ ਚੈਸ ਓਲੰਪਾਈਡ ਫਾਈਨਲ ਮੈਚ। ਠੀਕ ਹੈ, ਇਹਦੇ ਵਿੱਚ ਇਹਨਾਂ ਨੂੰ ਕੀ ਹੈਗਾ, ਵਿਨਰ ਡਿਕਲੇਅਰ ਕੀਤਾ ਗਿਆ ਦੋਨਾਂ ਨੂੰ ਹੀ। ਕਿਹਨੂੰ ਰਸ਼ੀਆ ਤੇ ਇੰਡੀਆ ਨੂੰ। ਅੱਛਾ, ਹੁਣ ਇਹ ਕਿਵੇਂ ਡਿਕਲੇਅਰ ਕੀਤਾ ਗਿਆ ਇਹਨਾਂ ਨੂੰ? ਦੇਖੋ, ਜਿਹੜਾ ਆਪਾਂ ਨੂੰ ਪਤਾ ਇੱਥੇ ਔਨਲਾਈਨ ਆ ਰਿਹਾ ਤਾਂ ਇਟ ਮੀਨਸ ਔਨਲਾਈਨ ਹੀ ਹੋਇਆ ਸੀਗਾ ਇਹ। ਤਾਂ ਨੈੱਟ ਪ੍ਰੋਬਲਮ ਕਰਕੇ, ਇੰਟਰਨੈਟ ਇਸ਼ੂ ਕਰਕੇ ਹੈ ਜਿਹੜਾ ਉਹ ਪ੍ਰੋਪਰ ਪਲੇ ਨਹੀਂ ਹੋ ਪਾਇਆ, ਫਾਈਨਲ ਮੈਚ ਪਲੇ ਨਹੀਂ ਹੋ ਪਾਇਆ, ਜਿਹਦੇ ਕਰਕੇ ਹੈ ਐਂਡ ਦੇ ਉੱਤੇ ਰਸ਼ੀਆ ਨੂੰ ਵਿਨਰ ਡਿਕਲੇਅਰ ਕਰਤਾ ਸੀਗਾ। ਬਟ ਉਸ ਤੋਂ ਬਾਅਦ ਇੰਡੀਆ ਨੇ ਰੌਲਾ ਪਾਤਾ ਕਿ ਐਵੇਂ ਤੁਸੀਂ ਕਿਵੇਂ ਰਸ਼ੀਆ ਨੂੰ ਡਿਕਲੇਅਰ ਕਰ ਸਕਦੇ ਹੋ, ਜਦੋਂ ਮਤਲਬ ਫਾਈਨਲ ਮੈਚ ਤਾਂ ਹੋਇਆ ਹੀ ਨਹੀਂ ਹੈ ਨਾ, ਤਾਂ ਕਿਵੇਂ ਡਿਕਲੇਅਰ ਕਰ ਸਕਦੇ ਹੋ? ਤਾਂ ਉਹਨਾਂ ਨੇ ਕੀ ਕੀਤਾ, ਅਲਟੀਮੇਟਲੀ ਇੰਡੀਆ ਤੇ ਰਸ਼ੀਆ ਦੋਨਾਂ ਨੂੰ ਹੀ ਜਿਹੜਾ ਵਿਨਰ ਡਿਕਲੇਅਰ ਕਰਤਾ। ਠੀਕ ਹੈ, ਤੁਸੀਂ ਯਾਦ ਰੱਖਣਾ ਇਹ ਚੀਜ਼। ਕਲੀਅਰ ਹੈ? ਹਾਂਜੀ, ਇਸ ਤੋਂ ਇਲਾਵਾ ਪ੍ਰੀਵੀਅਸ ਡੇਜ਼ ਦੇ ਵਿੱਚ ਰਸ਼ੀਆ ਨਾਲ ਰਿਲੇਟਡ ਇੱਕ ਨਿਊਜ਼ ਆਈ ਸੀ, ਆਪਾਂ ਉਹ ਰਿਵਾਈਜ਼ ਕਰ ਲੈਂਦੇ ਹਾਂ। ਰਸ਼ੀਆ ਹੈਲਡ ਕਰ ਰਿਹਾ ਕਿ ਇੰਟਰਨੈਸ਼ਨਲ ਮਿਲੀਟਰੀ ਐਂਡ ਟੈਕਨੀਕਲ ਫੋਰਮ 2020। ਠੀਕ ਹੈ, ਜਿਹਨੂੰ ਕਿ ਆਰਮੀ 2020 ਵੀ ਕਹਿੰਦੇ ਆ, ਆਰਮੀ 2020 ਵੀ ਕਹਿੰਦੇ ਆ। ਠੀਕ ਹੈ, ਇਹਦਾ 6ਵਾਂ ਐਡੀਸ਼ਨ ਸੀਗਾ, ਇਹ ਵੀ ਯਾਦ ਰੱਖਿਓ। ਮਾਸਕੋ ਦੇ ਵਿੱਚ ਇਹ ਕਿੱਥੇ ਹੋਣਾ ਸੀਗਾ, ਹੈਲਡ ਹੋਣਾ ਸੀਗਾ, ਯਾਦ ਹੈ? ਇੱਥੇ ਮਤਲਬ ਇਸ ਦੇ ਵਿੱਚ ਕੀ ਹੈ, 730 ਪਲੱਸ ਜਿਹੜੇ ਹਥਿਆਰ ਨੇ ਉਹਨਾਂ ਦੀ ਐਗਜ਼ੀਬਿਸ਼ਨ ਦਿਖਾਈ ਜਾਣੀ ਸੀਗੀ, ਐਗਜ਼ੀਬਿਸ਼ਨ ਲਾਈ ਜਾਣੀ ਸੀ। ਕਲੀਅਰ ਹੈ? ਇਹ ਤੁਸੀਂ ਯਾਦ ਰੱਖਣਾ। ਕਲੀਅਰ ਹੈ ਜੀ। ਇਸ ਤੋਂ ਇਲਾਵਾ ਜੇ ਮੈਂ ਰਸ਼ੀਆ ਦੀ ਗੱਲ ਕਰਾਂ, ਰਸ਼ੀਆ ਹੋਰ ਕਿੱਥੇ ਆਇਆ ਸੀ ਕਿ ਰਸ਼ੀਆ ਚੇਅਰ ਕਰੂਗਾ ਕੀਤੀ ਲਾਈਕ ਬ੍ਰਿਕਸ ਇਨਵਾਇਰਮੈਂਟ ਮਿਨਿਸਟਰ ਮੀਟਿੰਗ। ਇਹ ਵੀ ਰਸ਼ੀਆ ਨੇ ਚੇਅਰ ਕੀਤੀ ਸੀ, ਇਹਦਾ ਵੀ 6ਵਾਂ ਐਡੀਸ਼ਨ ਸੀਗਾ। ਠੀਕ ਹੈ, 2021 ਦੇ ਵਿੱਚ ਇਹਨੂੰ ਇੰਡੀਆ ਚੇਅਰ ਕਰੂਗਾ, ਇਹ ਵੀ ਯਾਦ ਰੱਖ ਲਿਓ। ਅੱਛਾ, ਜੇ ਹੁਣ ਇਹਦੇ ਵਿੱਚ ਬ੍ਰਿਕਸ ਆਇਆ ਸੀ ਨਾ, ਬ੍ਰਿਕਸ ਇਨਵਾਇਰਮੈਂਟ ਮਿਨਿਸਟਰ ਮੀਟਿੰਗ, ਜੇ ਥੋੜ੍ਹਾ ਜਿਹਾ ਬ੍ਰਿਕਸ ਬਾਰੇ ਆਪਾਂ ਗੱਲ ਕਰ ਲਈਏ। ਬ੍ਰਿਕਸ 2006 ਦੇ ਵਿੱਚ ਬਣਿਆ ਸੀਗਾ, ਉਦੋਂ ਦੇ ਵਿੱਚ 4 ਹੀ ਦੇਸ਼ ਸੀਗੇ। ਇਹ ਬ੍ਰਿਕਸ ਇੱਦਾਂ ਪੈਂਦਾ ਨਾ, BRICS। ਠੀਕ ਹੈ, ਉਦੋਂ ਵਿੱਚ ਆ ਪਹਿਲੇ 4 ਕੰਟਰੀਜ਼ ਹੀ ਸੀਗੀਆਂ, ਐਸ ਹੈ ਨਹੀਂ ਸੀਗਾ, ਬ੍ਰਿਕਸ ਹੀ ਲਾਈਕ ਉਦੋਂ ਬ੍ਰਾਜ਼ੀਲ, ਰਸ਼ੀਆ, ਇੰਡੀਆ ਤੇ ਚਾਈਨਾ। ਬਟ ਜਿਹੜਾ ਸਾਊਥ ਅਫਰੀਕਾ 2010 ਦੇ ਵਿੱਚ ਇਹ ਐਡ ਹੋ ਗਿਆ ਸੀਗਾ। ਠੀਕ ਹੈ, ਇਹਨੂੰ ਯਾਦ ਰੱਖਣਾ। ਇਹਦਾ ਜਿਹੜਾ ਬ੍ਰਿਕਸ ਦਾ ਹੈੱਡਕੁਆਟਰ ਹੈਗਾ ਕਿੱਥੇ ਹੈਗਾ, ਸ਼ੰਘਾਈ ਚਾਈਨਾ ਦੇ ਵਿੱਚ ਹੈ, ਇਹਨੂੰ ਵੀ ਯਾਦ ਰੱਖ ਲਿਓ। ਇਸ ਤੋਂ ਇਲਾਵਾ ਦੇਖੋ, ਜਿਹੜੀ ਬ੍ਰਿਕਸ ਦੀ ਪਹਿਲੀ ਮੀਟਿੰਗ ਹੈ ਬਣਿਆ ਕਦੋਂ, 2006 ਦੇ ਵਿੱਚ। ਜਿਹੜੀ ਪਹਿਲੀ ਮੀਟਿੰਗ ਹੈ ਕਦੋਂ ਹੋਈ, 2009 ਦੇ ਵਿੱਚ। ਉਹਨੂੰ ਕਿਹਨੇ ਚੇਅਰ ਕੀਤਾ, ਰਸ਼ੀਆ ਨੇ, ਇਹ ਵੀ ਯਾਦ ਰੱਖ ਲਿਓ। ਅੱਛਾ, ਜੇ ਸਿਰਫ ਹੁਣ ਬ੍ਰਿਕਸ ਦੀ ਹੀ ਮੈਂ ਗੱਲ ਕਰਾਂ ਤਾਂ ਬ੍ਰਿਕਸ ਪਿਛਲੇ ਨਿਊਜ਼ ਦੇ ਵਿੱਚ ਹੋਰ ਆਇਆ ਸੀਗਾ, ਬ੍ਰਿਕਸ ਇੰਡਸਟਰੀ ਮਿਨਿਸਟਰ ਮੀਟਿੰਗ। ਇਹ ਹੈਲਡ ਹੋਈ ਸੀ ਰੀਸੈਂਟਲੀ, ਇਹਦਾ 5th ਐਡੀਸ਼ਨ ਸੀਗਾ। 5G ਟੈਕਨੋਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਡਿਵੈਲਪ ਕਰਨ ਦੇ ਰਿਗਾਰਡਿੰਗ ਇਹ ਜਿਹੜੀ ਸੀਗੀ। ਠੀਕ ਹੈ, ਮੀਟਿੰਗ, ਇਹਨੂੰ ਯਾਦ ਰੱਖਣਾ। ਰਸ਼ੀਆ ਦੀ ਜੇ ਬੇਸਿਕ ਗੱਲ ਦੀ ਗੱਲ ਕਰੀਏ ਆਪਾਂ, ਰਸ਼ੀਆ ਹੁਣ ਦੇਖੋ ਆਪਾਂ ਕਿਸ ਤਰੀਕੇ ਨਾਲ ਸਤੰਬਰ ਤੋਂ ਕਰਨੇ ਆ ਨਿਊਜ਼। ਜੇ ਕੋਈ ਕੰਟਰੀ ਆਊਗੀ ਤਾਂ ਕੰਟਰੀ ਦੀ ਆਪਾਂ 2 ਚੀਜ਼ਾਂ ਰਿਵਾਈਜ਼ ਕਰਾਂਗੇ, ਇੱਕ ਤਾਂ ਕੈਪੀਟਲ, ਇੱਕ ਉੱਥੋਂ ਦੀ ਕਰੰਸੀ ਕੀ ਹੈ। ਠੀਕ ਹੈ, ਇਸ ਤੋਂ ਇਲਾਵਾ ਜੇ ਕੋਈ ਇੰਡੀਆ ਦੀ ਸਟੇਟ ਆ ਗਈ, ਲਾਈਕ ਮੰਨ ਲਓ MP ਆ ਗਿਆ ਹੈ ਨਾ, ਤਾਂ MP ਤੋਂ ਆਪਾਂ ਕੀ ਰਿਵਾਈਜ਼ ਕਰਾਂਗੇ ਕਿ MP ਦੇ CM ਕੌਣ ਨੇ, ਗਵਰਨਰ ਕੌਣ ਨੇ, ਚੀਫ ਜਸਟਿਸ ਕੌਣ ਨੇ, ਤੇ ਉਹ ਕਿਹੜੀ ਹਾਈ ਕੋਰਟ ਦੇ ਅੰਡਰ ਆਉਂਦਾ। ਇਹ ਚੀਜ਼ ਆਪਾਂ ਰਿਵਾਈਜ਼ ਕਰਨੀ ਹੀ ਕਰਨੀ ਹੈ। ਤਾਂ ਹੁਣ ਰਸ਼ੀਆ ਤੋਂ ਯਾਦ ਰੱਖਣਾ, ਮਾਸਕੋ ਇਹਦੀ ਕੈਪੀਟਲ ਹੈ, ਰੂਬਲ ਇਹਦੀ ਕਰੰਸੀ ਹੈ, ਡਿਊਮਾ ਇਹਦੀ ਸੰਸਦ ਦਾ ਨਾਮ ਹੈ। ਮੈਨੀ ਟਾਈਮਸ ਤੁਹਾਨੂੰ ਮੈਂ ਰਿਵਾਈਜ਼ ਕਰਾਇਆ ਹੋਇਆ। 2036 ਤੱਕ ਜਿਹੜੇ ਪ੍ਰੈਜ਼ੀਡੈਂਟ ਨੇ ਇੱਥੋਂ ਦੇ ਵਲਾਦੀਮੀਰ ਪੁਤਿਨ ਹੀ ਰਹਿਣਗੇ। ਠੀਕ ਹੈ ਜੀ, ਇੰਨੀ ਕੁ ਇਨਫੋਰਮੇਸ਼ਨ ਤੁਸੀਂ ਇਹ ਤੋਂ ਯਾਦ ਰੱਖਣੀ ਹੈ। ਅਗਲੀ ਨਿਊਜ਼ 'ਤੇ ਚੱਲਦੇ ਹਾਂ। ਨੈਕਸਟ ਹੈਗੀ ਮੋਬਾਈਲ ਐਪ ਨਾਲ ਰਿਲੇਟਡ ਹੈਗੀ ਇਹ ਨਿਊਜ਼। CISF ਲੌਂਚਡ ਪੈਨਸ਼ਨਰ ਕਾਰਨਰ ਮੋਬਾਈਲ ਐਪ। CISF ਨੇ ਲਾਂਚ ਕੀਤਾ ਪੈਨਸ਼ਨਰ ਕਾਰਨਰ ਕੀ ਹੈ, ਮੋਬਾਈਲ ਐਪ। ਇਹ ਯਾਦ ਰੱਖਣਾ, ਪੈਨਸ਼ਨਰ ਕਾਰਨਰ CISF। ਤੁਹਾਡੇ ਲਈ ਇੱਕ ਕੁਐਸਚਨ ਹੈ, ਬਹੁਤ ਹੀ ਈਜ਼ੀ ਜਿਹਾ ਹੈ, ਜਿਹਨੂੰ ਨਹੀਂ ਵੀ ਪਤਾ ਹੋਊਗਾ ਗੂਗਲ ਸਰਚ ਮਾਰੋਗੇ ਤਾਂ ਵੀ ਪਤਾ ਲੱਗ ਜੂਗਾ। CISF ਦੀ ਮੈਨੂੰ ਫੁੱਲ ਫਾਰਮ ਲਿਖ ਕੇ ਦੱਸਿਓ ਕਮੈਂਟ ਸੈਕਸ਼ਨ ਦੇ ਵਿੱਚ। ਠੀਕ ਹੈ, CISF ਦੀ ਫੁੱਲ ਫਾਰਮ। ਹਾਂਜੀ, ਇਹ ਲਾਂਚ ਕੀਤਾ। ਇਹ ਕਿਹਦੇ ਲਈ ਕੀਤਾ ਕਿ ਜਿਹੜੇ CISF ਦੇ ਪੈਨਸ਼ਨਰਸ ਨੇ,
ठीक है, जिन्हां दी मतलब रिटायरमेंट तो बाद पेंशन ਵੱਜੀ ਜਾਂਦੀ है, ਜਿਹੜੇ ਦੇ ਪੈਨਸ਼ਨਰਸ ਨੇ ਉਹਨਾਂ ਨੂੰ ਪੈਨਸ਼ਨ ਦੇ ਰਿਗਾਰਡਿੰਗ ਨੋਟੀਫਿਕੇਸ਼ਨ ਦੇਣ ਲਈ, ਠੀਕ ਹੈ, ਉਹਦੀ ਪੈਨਸ਼ਨ ਦੇ ਰਿਲੇਟਡ ਜੋ ਵੀ ਅਪਡੇਟ ਵਗੈਰਾ ਉਹ ਸਾਰੀ ਮੋਬਾਈਲ ਐਪ ਦੇ ਥਰੂ ਦਿੱਤੀ ਜਾਊਗੀ ਪੈਨਸ਼ਨਰਸ ਨੂੰ। ਇਹਦੇ ਲਈ CISF ਨੇ ਕੀ ਹੈ ਇਹਨੂੰ ਲਾਂਚ ਕੀਤਾ ਹੈ, ਠੀਕ ਹੈ। CISF ਤੋਂ ਇਹਦੀ ਫੁੱਲ ਫਾਰਮ ਹੈ ਜਿਹੜੀ ਉਹ ਮੈਨੂੰ ਤੁਸੀਂ ਦੱਸਣੀ ਹੈ। CISF ਬਣਿਆ ਕਦੋਂ? 1969 ਦੇ ਵਿੱਚ ਨਿਊ ਦਿੱਲੀ ਦੇ ਵਿੱਚ ਕੀ ਹੈ ਇਹਦਾ ਹੈੱਡਕੁਆਟਰ ਹੈ, ਇਹ ਵੀ ਯਾਦ ਰੱਖਣਾ। ਇਹਦੇ ਐਟ ਪ੍ਰੈਜ਼ੈਂਟ ਡਾਇਰੈਕਟਰ ਜਨਰਲ ਕਿਹੜੇ ਨੇ? ਰਾਜੇਸ਼ ਰੰਜਨ ਕੀ ਨੇ ਇਹਦੇ ਐਟ ਪ੍ਰੈਜ਼ੈਂਟ ਡਾਇਰੈਕਟਰ ਜਨਰਲ। ਕਲੀਅਰ ਹੈ ਜੀ, ਇੰਨੀ ਕੀ ਇਨਫੋਰਮੇਸ਼ਨ ਹੈ ਤੋਂ ਤੁਸੀਂ ਕੀ ਰੱਖਣੀ ਹੈ, ਯਾਦ ਰੱਖਣੀ ਹੈ। ਨੈਕਸਟ ਆ ਗਿਆ ਜੀ, ਨੈਕਸਟ ਹੈਗੀ ਆਪਣੀ ਸਟੇਟ ਨਿਊਜ਼, ਕੇਰਲਾ ਤੋਂ ਹੈ। Kerala established India's first international women trade center with the help of United Nations। जी, केरला ਜਿਹੜਾ ਇਸਟੈਬਲਿਸ਼ ਕਰਨ ਜਾ ਰਿਹਾ, ਕੀ ਇਸਟੈਬਲਿਸ਼ ਕਰਨ ਜਾ ਰਿਹਾ? ਇੰਡੀਆ ਦਾ ਪਹਿਲਾ ਇੰਟਰਨੈਸ਼ਨਲ ਵਿਮਨ ਟ੍ਰੇਡ ਸੈਂਟਰ। ਵੈਰੀ ਇੰਪੋਰਟੈਂਟ ਇਹ ਨਿਊਜ਼ ਹੈ, ਇੰਡੀਆ ਦਾ ਪਹਿਲਾ, ਕਿਉਂਕਿ ਠੀਕ ਹੈ ਕੀ ਹੈ ਇਹ ਵਿਮਨ ਟ੍ਰੇਡ ਸੈਂਟਰ ਹੈਗਾ, ਕੇਰਲਾ ਇਸਟੈਬਲਿਸ਼ ਕਰ ਰਿਹਾ। ਕਿਹਦੀ ਹੈਲਪ ਦੇ ਨਾਲ ਕਰ ਰਿਹਾ? ਯੂਨਾਈਟਿਡ ਨੇਸ਼ਨ ਦੀ ਹੈਲਪ ਦੇ ਨਾਲ, ਠੀਕ ਹੈ। ਹੁਣ ਇਹ ਕਾਹਦੇ ਲਈ ਇਹਨੂੰ ਇਸਟੈਬਲਿਸ਼ ਕਰ ਰਹੇ ਆ? ਦੇਖੋ ਜਿਹੜੀਆਂ ਵਿਮਨ ਹੁੰਦੀਆਂ ਨੇ, ਵਿਮਨ ਦੇ ਵਿੱਚ ਐਂਟਰਪ੍ਰੇਨਿਓਰਸ਼ਿਪ ਦੀ ਜਿਹੜੀ ਸਕਿੱਲ ਹੈ ਉਹਨੂੰ ਡਿਵੈਲਪ ਕਰਨ ਦੇ ਲਈ ਇਹਨੂੰ ਇਸਟੈਬਲਿਸ਼ ਕੀਤਾ ਜਾ ਰਿਹਾ ਹੈ, ਠੀਕ ਹੈ। ਐਂਟਰਪ੍ਰੇਨਿਓਰਸ਼ਿਪ ਦੀ ਸਕਿੱਲ ਨੂੰ ਡਿਵੈਲਪ ਕਰਨ ਦੇ ਲਈ, ਯਾਦ ਰੱਖਣਾ ਇਹਨੂੰ, ਠੀਕ ਹੈ। ਲਾਈਕ ਉਹ ਵੀ ਟ੍ਰੇਡ ਕਰ ਸਕਣ, ਵਿਮਨ ਹੈ ਜਿਹੜੀਆਂ ਉਹ ਵੀ ਟ੍ਰੇਡ ਕਰ ਸਕਣ, ਉਹਨਾਂ 'ਚ ਐਂਟਰਪ੍ਰੇਨਿਓਰਸ਼ਿਪ ਦੀ ਜਿਹੜੀ ਸਕਿੱਲ ਹੈ ਉਹਨੂੰ ਵਧਾਇਆ ਜਾ ਸਕੇ। ਯੂਨਾਈਟਿਡ ਨੇਸ਼ਨ ਨਾਲ ਮਿਲ ਕੇ ਇਹਨੂੰ ਕਰ ਰਿਹਾ, ਠੀਕ ਹੈ ਜੀ। ਹੁਣ ਕੇਰਲਾ ਆਇਆ, ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ CM ਗਵਰਨਰ ਅਤੇ ਹਾਈ ਕੋਰਟ ਦੇ ਚੀਫ ਜਸਟਿਸ ਰਿਵਾਈਜ਼ ਕਰਾਂਗੇ। ਪਿਨਰਈ ਵਿਜਨ ਕੀ ਨੇ ਇਹਦੇ? CM ਨੇ। ਕਲੀਅਰ ਹੈ ਜੀ। ਗਵਰਨਰ ਦੀ ਜੇ ਮੈਂ ਗੱਲ ਕਰਾਂ, ਆਰਿਫ ਮੁਹੰਮਦ ਖਾਨ ਗਵਰਨਰ ਹੈਗੇ ਆ ਜੀ ਇਹਨਾਂ ਦੇ, ਆਰਿਫ ਮੁਹੰਮਦ ਖਾਨ। ਹਾਈ ਕੋਰਟ ਦੇ ਚੀਫ ਜਸਟਿਸ ਹੈਗੇ ਨੇ ਇਹਦੇ, ਕੇਰਲਾ ਹਾਈ ਕੋਰਟ ਦੇ ਚੀਫ ਜਸਟਿਸ ਦਾ ਨਾਮ ਹੈ S ਮਨੀ ਕੁਮਾਰ, ਠੀਕ ਹੈ। ਇਹ ਸਾਰਾ ਕੁਝ ਤੁਸੀਂ ਇਹਦੇ ਤੋਂ ਕੀ ਰੱਖਣਾ ਹੈ, ਯਾਦ ਰੱਖਣਾ। ਕਲੀਅਰ ਹੈ ਜੀ। ਹਾਂਜੀ, ਇਸ ਤੋਂ ਇਲਾਵਾ ਇਹਦੇ ਵਿੱਚ ਆਇਆ ਹੈ ਯੂਨਾਈਟਿਡ ਨੇਸ਼ਨ। ਯੂਨਾਈਟਿਡ ਨੇਸ਼ਨ ਬਹੁਤ ਬੇਸਿਕ ਜੀ ਚੀਜ਼ ਹੈ। ਇਹਦੇ ਹੈੱਡਕੁਆਟਰਸ ਕਿੱਥੇ ਨੇ, ਇਹਦੇ ਹੈੱਡ ਕੌਣ ਨੇ, ਹੈ ਨਾ, ਜੋ ਵੀ ਡਾਇਰੈਕਟਰ ਜਨਰਲ, ਜਿਹੜੀ ਵੀ ਇਨਫੋਰਮੇਸ਼ਨ ਯੂਨਾਈਟਿਡ ਨੇਸ਼ਨ ਨਾਲ ਤੁਹਾਨੂੰ ਪਤਾ ਹੈ, ਬੇਸਿਕ ਇਨਫੋਰਮੇਸ਼ਨ, ਹੈ ਨਾ, ਉਹ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਦੱਸੋ। ਇੱਕ ਤਾਂ CISF ਦੀ ਫੁੱਲ ਫਾਰਮ ਕਹੀ ਹੈ ਮੈਂ ਤੁਹਾਨੂੰ, ਇੱਕ ਯੂਨਾਈਟਿਡ ਨੇਸ਼ਨ ਬਾਰੇ ਬਹੁਤ ਸੌਖਾ ਹੈ ਕੰਮ ਦੱਸ ਰਹੀ ਹਾਂ। ਬਾਈ ਚਾਂਸ ਇਨ ਕੇਸ ਤੁਹਾਨੂੰ ਨਹੀਂ ਪਤਾ, ਪਲੀਜ਼ ਇਹਨੂੰ ਸਰਚ ਕਰ ਲਿਓ, ਕਿਉਂਕਿ ਜਿਹੜੀ ਚੀਜ਼ ਆਪਾਂ ਖੁਦ ਸਰਚ ਕਰਦੇ ਨਾ ਆਪਣੇ ਮਾਈਂਡ 'ਚ ਸੈਟਅਪ ਹੋ ਜਾਂਦੀ ਹੈ, ਫਿਰ ਮਾਈਂਡ 'ਚ ਸਕਿਪ ਨਹੀਂ ਹੁੰਦੀ ਹੈਗੀ, ਠੀਕ ਹੈ। ਐਵੇਂ ਦੇਖ ਕੇ ਛੱਡਿਆ ਨਾ ਕਰੋ, ਸਰਚ ਕਰ ਲਿਆ ਕਰੋ, ਚਾਹੇ ਵੀਡੀਓ ਨੂੰ ਪੌਜ਼ ਕਰਕੇ ਇੱਥੇ ਹੀ ਪਹਿਲਾਂ ਸਰਚ ਕਰ ਲਓ। ਨੈਕਸਟ ਨਿਊਜ਼ ਕਰਦੇ ਹਾਂ ਜੀ ਆਪਾਂ, ਉੱਤਰ ਪ੍ਰਦੇਸ਼ ਤੋਂ ਹੈ। ਉੱਤਰ ਪ੍ਰਦੇਸ਼ ਰੀਸੈਂਟਲੀ ਲਾਂਚਡ NRI ਯੂਨੀਫਾਈਡ ਪੋਰਟਲ। UP ਨੇ ਲਾਂਚ ਕੀਤੀ ਹੈ NRI ਯੂਨੀਫਾਈਡ ਜਿਹੜੀ ਪੋਰਟਲ ਹੈ, ਉੱਤਰ ਪ੍ਰਦੇਸ਼ ਨੇ, ਯਾਦ ਰੱਖਣਾ, ਇੰਪੋਰਟੈਂਟ ਹੈ। ਅੱਛਾ, ਕਿਹਦੇ ਲਈ ਕੀਤੀ ਹੈ ਇਹ? ਜਿਹੜੇ NRI ਹੁੰਦੇ ਨੇ, ਇਹ ਤਾਂ ਆਪਾਂ ਨੂੰ ਪਤਾ ਹੀ ਹੈ, ਜਾਂ ਜਿਹੜੇ ਪ੍ਰਵਾਸੀ ਹੁੰਦੇ ਨੇ, ਕਿਉਂਕਿ ਇੱਕ ਸਟੇਟ ਤੋਂ ਦੂਜੀ ਸਟੇਟ ਵੀ ਜਾਂਦੇ ਰਹਿੰਦੇ ਨੇ ਨਾ, ਜਾਂ ਜਿਹੜੇ ਪ੍ਰਵਾਸੀ ਹੁੰਦੇ ਨੇ ਜਾਂ ਜਿਹੜੇ NRI ਨੇ, ਉਹਨਾਂ ਲਈ ਲਾਂਚ ਕੀਤੀ ਹੈ। ਮਤਲਬ ਇਹਨਾਂ ਨੂੰ ਕੋਈ ਵੀ ਪ੍ਰੋਬਲਮ ਹੋਊਗੀ, ਕਿਸੇ ਵੀ ਟਾਈਪ ਦੀ ਦਿੱਕਤ ਹੋਊਗੀ, ਤਾਂ ਇਹ ਜਿਹੜੀ UP ਗਵਰਨਮੈਂਟ ਹੈ ਉਹਨੂੰ ਸੰਪਰਕ ਕਰ ਸਕਦੇ, ਆਪਣੀ ਪ੍ਰੋਬਲਮ ਦਾ ਸੋਲਿਊਸ਼ਨ ਹੈ ਜਿਹੜਾ ਲੈ ਸਕਦੇ ਨੇ, ਠੀਕ ਹੈ। ਇਹਨਾਂ ਦੀ ਕਨਵੀਨੀਅੰਸ ਦੇ ਲਈ ਹੈ ਕਿ ਜਿਹੜੇ NRIs ਨੇ ਜਾਂ ਫਿਰ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਆਵੇ, ਕਿਉਂਕਿ ਜਿਹੜਾ UP ਹੈ ਨਾ ਇਹ ਬਹੁਤ ਜ਼ਿਆਦਾ ਹੈ ਜਨਸੰਖਿਆ ਦੇ ਵਿੱਚ ਵੀ, ਹੈ ਨਾ, ਅਤੇ ਤਾਂ ਕਰਕੇ ਇਹਨਾਂ ਨੂੰ ਮਤਲਬ ਇਹ ਜਿਹੜੀ ਪੋਰਟਲ ਇਹਨਾਂ ਨੇ ਲਾਂਚ ਕੀਤੀ ਹੈ, ਯਾਦ ਰੱਖਣਾ ਹੈ। ਕਲੀਅਰ ਹੈ। ਇਸ ਤੋਂ ਇਲਾਵਾ ਜੇ ਮੈਂ ਸਿਰਫ UP ਦੀ ਹੀ ਗੱਲ ਕਰਾਂ, UP ਦੇ CM ਯੋਗੀ ਆਦਿੱਤਿਆਨਾਥ, ਯੋਗੀ ਯਾਦ ਹੀ ਹੈ ਤੁਹਾਨੂੰ, ਹੈ ਨਾ, ਸਭ ਨੂੰ ਪਤਾ ਹੀ ਹੈ। ਜਿੱਦਾਂ ਕਿ UP ਦੇ ਜੇ ਆਪਾਂ ਗਵਰਨਰ ਦੀ ਗੱਲ ਕਰੀਏ, ਗਵਰਨਰ ਹੈਗੇ ਆਨੰਦੀਬੇਨ ਪਟੇਲ। ਅੱਛਾ, ਆਨੰਦੀਬੇਨ ਪਟੇਲ ਨੂੰ ਰੀਸੈਂਟਲੀ ਕਿਹਦਾ ਐਡੀਸ਼ਨਲ ਚਾਰਜ ਮਿਲਿਆ ਸੀਗਾ? ਮੱਧ ਪ੍ਰਦੇਸ਼ ਦਾ। ਇਹ ਵੀ ਯਾਦ ਰੱਖਣਾ ਹੈ। ਜਿਹੜਾ UP ਹੈ, ਇਲਾਹਾਬਾਦ ਹਾਈ ਕੋਰਟ ਇਹਦੀ ਹੈ, ਇਲਾਹਾਬਾਦ ਹਾਈ ਕੋਰਟ। ਅੱਛਾ, ਇਲਾਹਾਬਾਦ ਹਾਈ ਕੋਰਟ ਦੇ ਜੇ ਮੈਂ ਚੀਫ ਜਸਟਿਸ ਦੀ ਗੱਲ ਕਰਾਂ, ਉਹਨਾਂ ਦਾ ਨਾਮ ਕੀ ਹੈ ਜੀ? ਗੋਵਿੰਦ ਮਾਥੁਰ। ਦੇਖੋ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ UP ਤੋਂ ਯਾਦ ਰੱਖਣੀਆਂ। ਕਲੀਅਰ ਹੈ। ਹਾਂਜੀ, ਪ੍ਰੀਵੀਅਸ ਡੇਜ਼ ਦੇ ਵਿੱਚ UP ਤੋਂ ਜਿਹੜੀਆਂ ਵੀ ਨਿਊਜ਼ ਆਈਆਂ ਨੇ ਆਪਾਂ ਉਹਨਾਂ ਨੂੰ ਦੁਬਾਰਾ ਤੋਂ ਕਰਦੇ ਹਾਂ। UP ਨੇ ਸੈਟਅਪ ਕੀਤਾ ਇੰਡਸਟਰੀਅਲ ਪਾਰਕਸ MSME ਲਈ। UP ਸੈਟਅਪ ਕਰੂ MSME ਲਈ ਇੰਡਸਟਰੀਅਲ ਪਾਰਕਸ। ਕਿੱਥੇ? ਉਹਦੀਆਂ 6 ਮੋਸਟ ਇੰਡਸਟਰੀਅਲਾਈਜ਼ਡ ਡਿਸਟ੍ਰਿਕਟਸ ਦੇ ਵਿੱਚ, ਆਪਣੀਆਂ 6 ਮੋਸਟ ਇੰਡਸਟਰੀਅਲਾਈਜ਼ਡ ਡਿਸਟ੍ਰਿਕਟਸ ਦੇ ਵਿੱਚ UP MSME ਦੀ ਲਈ ਜਿਹੜੇ ਇੰਡਸਟਰੀਅਲ ਪਾਰਕ ਹੈ ਸੈਟਅਪ ਕਰੂਗਾ। ਇਹ ਤੁਹਾਨੂੰ ਕਰਵਾਇਆ ਹੋਇਆ, ਇਹਨੂੰ ਤੁਸੀਂ ਯਾਦ ਰੱਖਣਾ। ਇਸ ਤੋਂ ਇਲਾਵਾ ਇੱਕ ਇੰਪੋਰਟੈਂਟ ਨਿਊਜ਼ ਕੀਤੀ ਸੀ ਆਪਾਂ ਨੇ, ਜਿਹੜੇ ਯੋਗੀ ਆਦਿੱਤਿਆਨਾਥ ਨੇ, ਇਹਨਾਂ ਨੇ 400 ਬੈੱਡ ਵਾਲਾ COVID-19 ਹੌਸਪੀਟਲ ਹੈ ਜਿਹੜਾ ਨੋਇਡਾ ਦੇ ਵਿੱਚ ਇਨੈਗੋਰੇਟ ਕੀਤਾ। 400 ਬੈੱਡ ਦੀ ਸ਼ਮਤਾ ਵਾਲਾ COVID-19 ਹੌਸਪੀਟਲ ਹੈ ਜਿਹੜਾ ਨੋਇਡਾ ਦੇ ਵਿੱਚ, ਉਹਦਾ ਕੀ ਕੀਤਾ ਸੀਗਾ? ਉਦਘਾਟਨ ਕੀਤਾ ਸੀ। ਨੋਇਡਾ ਨੂੰ ਗੌਤਮ ਬੁੱਧ ਨਗਰ ਵੀ ਕਹਿੰਦੇ ਨੇ, ਠੀਕ ਹੈ।
ਇਹਦੇ ਨਾਲ ਹੀ ਲਿੰਕ ਕਰ ਲਓ, ਇਹਦੀ क्षमता ਤਾਂ 400 ਬੈੱਡ ਦੀ ਹੈ। ਜੇ ਮੈਂ ਵਰਲਡ ਦੇ ਲਾਰਜੈਸਟ ਕੋਵਿਡ ਕੇਅਰ ਸੈਂਟਰ ਦੀ ਗੱਲ ਕਰਾਂ ਤਾਂ ਉਹ ਕਿੱਥੇ ਹੈ? ਬੈਂਗਲੁਰੂ। ਵਰਲਡ ਦਾ ਲਾਰਜੈਸਟ ਕੋਵਿਡ ਕੇਅਰ ਸੈਂਟਰ ਕਿੱਥੇ ਹੈ? ਬੈਂਗਲੁਰੂ। ਇਹਦੀ ਕਪੈਸਿਟੀ ਕਿੰਨੀ ਹੈ? 10,100 ਬੈੱਡ ਦੀ। ਕਿੰਨੀ ਕਪੈਸਿਟੀ ਇਹਦੀ? 10,100 ਬੈੱਡ ਦੀ। ਜੇ ਸੈਕਿੰਡ ਨੰਬਰ ਦੀ ਗੱਲ ਕਰਾਂ ਮੈਂ, ਸੈਕਿੰਡ ਨੰਬਰ 'ਤੇ ਵਰਲਡ ਲਾਰਜੈਸਟ ਕੋਵਿਡ ਕੇਅਰ ਸੈਂਟਰ ਕਿਹੜਾ? ਸੈਕਿੰਡ ਲਾਰਜੈਸਟ ਤਾਂ ਉਹ ਦਿੱਲੀ ਦਾ ਜੀ, ਦਿੱਲੀ ਦਾ। ਅੱਛਾ, ਇਹਦੀ क्षमता ਕਿੰਨੀ ਹੈ? 10,000 ਦੀ। ਬੈਂਗਲੁਰੂ ਵਾਲੇ ਦੀ 10,100 ਦੀ ਹੈ ਅਤੇ ਉਹ ਵਰਲਡ ਦਾ ਲਾਰਜੈਸਟ ਹੈ। ਦਿੱਲੀ ਵਾਲੇ ਦੀ 10,000 ਦੀ ਹੈ ਅਤੇ ਉਹ ਵਰਲਡ ਦਾ ਸੈਕਿੰਡ ਲਾਰਜੈਸਟ ਕੋਵਿਡ ਕੇਅਰ ਸੈਂਟਰ ਹੈ। ਬਟ ਜਿਹੜਾ ਯੋਗੀ ਆਦਿੱਤਿਆਨਾਥ ਜੀ ਨੇ ਇਨੈਗੋਰੇਟ ਕੀਤਾ, ਇਹਦੀ ਕਪੈਸਿਟੀ ਕਿੰਨੀ ਸੀਗੀ? 400 ਬੈੱਡ ਦੀ। ਕਿੰਨੀ? 400 ਬੈੱਡ ਦੀ। ਇਹ ਸਾਰਾ ਤਰੀਕੇ ਨਾਲ ਤੁਸੀਂ ਕੀ ਰੱਖਣਾ, ਇਹਨੂੰ ਯਾਦ ਰੱਖਣਾ। ਇਸ ਤੋਂ ਇਲਾਵਾ ਇੱਕ ਹੋਰ ਨਿਊਜ਼ ਆਈ ਸੀ ਜੀ, ਯੂਪੀ, ਉੱਤਰ ਪ੍ਰਦੇਸ਼ ਅਤੇ ਫਲਿੱਪਕਾਰਟ ਇਹਨਾਂ ਦੋਨਾਂ ਨੇ ਸਮਝੌਤਾ ਕੀਤਾ ਕਾਹਦੇ ਲਈ? ਵਨ ਡਿਸਟ੍ਰਿਕਟ ਵਨ ਪ੍ਰੋਡਕਟ ਸਕੀਮ ਲਈ। ਵਨ ਡਿਸਟ੍ਰਿਕਟ ਵਨ ਪ੍ਰੋਡਕਟ ਸਕੀਮ ਲਈ ਇਹ ਸਕੀਮ ਲਾਂਚ ਕੀਤੀ ਸੀ। ਇਹਦੇ ਲਈ ਦੋਨਾਂ ਨੇ ਸਮਝੌਤਾ ਕੀਤਾ ਸੀਗਾ, ਠੀਕ ਹੈ। ਵਨ ਡਿਸਟ੍ਰਿਕਟ ਵਨ ਪ੍ਰੋਡਕਟ ਸਕੀਮ ਲਈ ਕਿ ਜਿਹੜੇ ਕਾਰੀਗਰ ਨੇ ਉਹਨਾਂ ਨੂੰ ਬੈਨੀਫਿਟ ਮਿਲੂਗਾ, ਔਨਲਾਈਨ ਸੈੱਲ ਕੀਤੀ ਜਾਊਗੀ। ਤੁਹਾਨੂੰ ਸਾਰਾ ਸਮਝਾਇਆ ਹੀ ਹੋਇਆ ਹੈ ਨਾ। ਔਨਲਾਈਨ ਪ੍ਰੋਡਕਟਸ ਨੇ ਜਿਹੜੇ ਵੇਚੇ ਜਾਣਗੇ, ਇਹਦੇ ਨਾਲ ਕਾਰੀਗਰਾਂ ਨੂੰ ਵੀ ਕੀ ਹੋਊਗਾ? ਫਾਇਦਾ ਹੋਊਗਾ, ਠੀਕ ਹੈ। ਇਹ ਸਾਰੀ ਇਨਫੋਰਮੇਸ਼ਨ ਉੱਤਰ ਪ੍ਰਦੇਸ਼ ਤੋਂ ਤੁਸੀਂ ਯਾਦ ਰੱਖਣੀ ਹੈ। ਹਾਂਜੀ, ਨੈਕਸਟ ਨਿਊਜ਼ ਦੇ ਉੱਤੇ ਮੂਵ ਔਨ ਕਰਦੇ ਹਾਂ। ਨੈਕਸਟ ਆ ਗਈ ਆਪਣੀ ਅਵਾਰਡਸ ਤੋਂ ਜੀ ਨਿਊਜ਼। ਇਸ਼ਿਕਾ ਚੌਧਰੀ ਨੇ ਜਿੱਤਿਆ ਏਕਲਵਿਆ ਅਵਾਰਡ। ਕਿਹੜਾ ਅਵਾਰਡ ਜਿੱਤਿਆ? ਏਕਲਵਿਆ ਅਵਾਰਡ। ਇੰਪੋਰਟੈਂਟ ਹੈ ਏਕਲਵਿਆ ਅਵਾਰਡ। ਇਹ ਵੀ ਆਪਾਂ ਦੱਸਦੇ ਕਿਹੜੀ ਗਵਰਨਮੈਂਟ ਦਿੰਦੀ ਹੈ, ਇਹ ਵੀ ਯਾਦ ਰੱਖਣਾ। ਇਸ਼ਿਕਾ ਚੌਧਰੀ ਦਾ ਨਾਮ ਇੰਪੋਰਟੈਂਟ ਹੈ। ਇਸ਼ਿਕਾ ਚੌਧਰੀ ਹੈ ਕੌਣ ਨੇ? ਇੰਡੀਅਨ ਜੂਨੀਅਰ ਵਿਮਨ ਹਾਕੀ ਟੀਮ ਦੇ ਪਲੇਅਰ ਨੇ। ਕਿਹਦੇ? ਇੰਡੀਅਨ ਜੂਨੀਅਰ ਵਿਮਨ ਹਾਕੀ ਟੀਮ ਦੇ ਇਹ ਕੌਣ ਨੇ ਜੀ? ਪਲੇਅਰ ਨੇ, ਠੀਕ ਹੈ। ਇਹਨਾਂ ਨੇ ਏਕਲਵਿਆ ਅਵਾਰਡ ਵਿਨ ਕੀਤਾ, ਇਹ ਯਾਦ ਰੱਖਣਾ ਹੈ। ਅੱਛਾ, ਇਸ ਤੋਂ ਇਲਾਵਾ ਤੁਸੀਂ ਇਹ 'ਚੋਂ ਕੀ ਯਾਦ ਰੱਖ ਸਕਦੇ ਹੋ? ਏਕਲਵਿਆ ਅਵਾਰਡ ਹੈ ਨਾ ਜਿਹੜਾ, ਇਹਨੂੰ ਕੌਣ ਦਿੰਦਾ? MP ਗਵਰਨਮੈਂਟ ਦਿੰਦੀ ਹੈ। MP ਗਵਰਨਮੈਂਟ ਦਿੰਦੀ ਹੈ। ਇਹ ਕੁਐਸਚਨ ਆਇਆ ਹੋਇਆ ਪੇਪਰ 'ਚ ਅਤੇ ਫਰਦਰ ਵੀ ਆਉਣ ਦੇ ਚਾਂਸਿਸ ਨੇ ਜਿਹੜੇ ਇਹਦੇ ਵਿੱਚ ਹੈਗੇ ਆ। ਹਾਂਜੀ, ਨੈਕਸਟ ਨਿਊਜ਼ ਹੈਗੀ ਆਪਣੀ ਮੀਟਿੰਗਸ ਤੋਂ। 17th ਇਹ ਐਡੀਸ਼ਨ ਯਾਦ ਰੱਖ ਲਿਆ ਕਰੋ ਕਿਹੜਾ ਹੈ, ਠੀਕ ਹੈ। 17th ਇੰਡੀਆ ਅਤੇ ਵੀਅਤਨਾਮ ਦੀ ਜੁਆਇੰਟ ਕਮਿਸ਼ਨ ਮੀਟਿੰਗ ਹੈਲਡ ਹੋ ਰਹੀ ਹੈ ਵਿਰਚੁਅਲੀ। ਦੇਖੋ ਕੀ ਹੈ, 17th ਹੈ, ਕਿਹਦੀ ਹੈ? ਇੰਡੀਆ ਅਤੇ ਵੀਅਤਨਾਮ ਦੀ ਹੈ। ਜੁਆਇੰਟ ਕਮਿਸ਼ਨ ਮੀਟਿੰਗ ਹੈ ਅਤੇ ਵਿਰਚੁਅਲੀ ਹੋ ਰਹੀ ਹੈ। ਵਿਰਚੁਅਲੀ ਦਾ ਮਤਲਬ ਹੁੰਦਾ ਔਨਲਾਈਨ ਹੋ ਰਹੀ ਹੈ, ਕਿਉਂਕਿ ਪਰਸਨਲੀ ਆਪਾਂ ਨੂੰ ਪਤਾ ਸਭ ਕੁਝ ਬੰਦ ਆ, ਕਰੋਨਾ ਕਰਕੇ ਸਭ ਕੁਝ ਹੀ ਵਿਰਚੁਅਲੀ ਹੋ ਰਿਹਾ। ਇਸ ਚੀਜ਼ ਦੇ ਵਿੱਚ, ਇਸ ਮੀਟਿੰਗ ਦੇ ਵਿੱਚ ਕਿਸ ਮੁੱਦੇ ਨਾਲ ਰਿਲੇਟਡ ਡਿਸਕਸ਼ਨ ਹੋਈ? ਟ੍ਰੇਡ, ਟੈਕਨੋਲੋਜੀ, ਫਾਈਨਾਂਸ ਨਾਲ ਰਿਲੇਟਡ ਲਾ ਲਓ, ਫਾਈਨੈਂਸ਼ੀਅਲ ਇਕੋਨਮੀ, ਠੀਕ ਹੈ। ਇਹਨਾਂ ਸਭ ਮੁੱਦਿਆਂ ਨਾਲ ਰਿਲੇਟਡ ਹੈ ਜਿਹੜੀ ਇਹਦੇ ਉੱਤੇ ਡਿਸਕਸ਼ਨ ਇਸ ਮੀਟਿੰਗ ਦੇ ਦੌਰਾਨ ਹੈ ਜਿਹੜੀ ਹੋਈ, ਠੀਕ ਹੈ। ਹੁਣ ਆਇਆ ਦੇਖੋ ਵੀਅਤਨਾਮ। ਮੈਂ ਤੁਹਾਨੂੰ ਕਿਹਾ ਸੀ ਜਦੋਂ ਵੀ ਕੋਈ ਕੰਟਰੀ ਆਊਗੀ ਕੈਪੀਟਲ ਅਤੇ ਕਰੰਸੀ ਆਪਾਂ ਉਹਦੀ ਯਾਦ ਕਰਾਂਗੇ। ਇਹਦੀ ਕੈਪੀਟਲ ਹੈਗੀ ਹੈ ਜੀ ਹਨੋਈ, ਠੀਕ ਹੈ। ਅਤੇ ਕਰੰਸੀ ਹੈਗੀ ਹੈ ਡੋਂਗ, ਦੋਨੋਂ ਹੀ ਯਾਦ ਰੱਖਣਾ। ਹਨੋਈ ਕੈਪੀਟਲ ਹੈ, ਕਰੰਸੀ ਹੈਗੀ ਡੋਂਗ। ਅੱਛਾ, ਪ੍ਰੀਵੀਅਸ ਡੇਜ਼ ਦੇ ਵਿੱਚ ਨਾ ਵੀਅਤਨਾਮ ਨਿਊਜ਼ ਦੇ ਵਿੱਚ ਸੀਗਾ, ਬਹੁਤ ਹੀ ਮਤਲਬ ਵਧੀਆ ਨਿਊਜ਼ ਲੱਗੀ ਹੈ ਨਾ ਇਹਦੇ ਰਿਲੇਟਡ। ਉਹ ਕੀ ਸੀ? ਵੀਅਤਨਾਮ ਦੇ ਵਿੱਚ ਨਾ ਗੋਲਡ ਪਲੇਟਡ ਹੋਟਲ ਦੁਨੀਆ ਦਾ ਸਭ ਤੋਂ ਪਹਿਲਾ ਹੋਟਲ ਹੈ ਜੀ ਇਹ, ਜਿਹੜਾ ਗੋਲਡ ਪਲੇਟਡ ਹੈ, ਠੀਕ ਹੈ। ਤਾਂ ਇਹ ਉੱਥੇ ਓਪਨ ਹੋਇਆ, ਕਿੱਥੇ? ਵੀਅਤਨਾਮ ਦੇ ਵਿੱਚ। ਇਹ ਵੀ ਤੁਸੀਂ ਯਾਦ ਰੱਖ ਲਿਓ, ਪੁੱਛਿਆ ਜਾ ਸਕਦਾ, ਇੰਪੋਰਟੈਂਟ ਹੈ ਤਾਂ ਕਰਕੇ ਤੁਹਾਨੂੰ ਦੱਸਤਾ। ਪਿਛਲੇ ਮੰਥ ਦੀ ਇਹ ਨਿਊਜ਼ ਹੈ, ਠੀਕ ਹੈ। ਪਿਛਲੇ ਤੋਂ ਪਿਛਲੇ ਮੰਥ ਦੀ, ਮਤਲਬ ਜੁਲਾਈ ਦੀ। ਹਾਂਜੀ, ਨੈਕਸਟ ਨਿਊਜ਼ ਉੱਤੇ ਚੱਲਦੇ ਹਾਂ। ਨੈਕਸਟ ਹੈਗਾ ਆਪਣਾ ਇੰਪੋਰਟੈਂਟ ਐਗਰੀਮੈਂਟਸ ਨੇ। ਇਸਰੋ ਨੇ ਐਗਰੀਮੈਂਟ ਕੀਤਾ ਜੀ, ਕਿਹਦੇ ਨਾਲ ਕੀਤਾ ਹੈ? VSSUT, ਠੀਕ ਹੈ। ਇਹਦੇ ਨਾਲ ਕੀਤਾ ਹੈ, ਕਾਹਦੇ ਲਈ ਕੀਤਾ ਹੈ? ਇਹਦੀ ਫੁੱਲ ਫਾਰਮ ਦੱਸ ਦਿੰਦੀ ਤੁਹਾਨੂੰ ਕੀ ਹੈ। ਵੀਰ ਸੁਰੇਂਦਰ ਸਾਈ ਯੂਨੀਵਰਸਿਟੀ ਆਫ ਟੈਕਨੋਲੋਜੀ, ਲਿਖ ਦਿੰਦੀ ਹਾਂ, ਵੀਰ ਸੁਰੇਂਦਰ ਸਾਈ ਯੂਨੀਵਰਸਿਟੀ ਆਫ ਟੈਕਨੋਲੋਜੀ, ਇਹਦੀ ਫੁੱਲ ਫਾਰਮ ਹੈ। ਇਹਦੇ ਨਾਲ ਕੀ ਹੈ? ਐਗਰੀਮੈਂਟ ਕੀਤਾ ਕਿਹਨੇ? ਇਸਰੋ ਨੇ, ਠੀਕ ਹੈ। ਇਹਨਾਂ ਦੋਨੋਂ ਨੇ ਐਗਰੀਮੈਂਟ ਕੀਤਾ ਕਿਸ ਚੀਜ਼ ਦੇ ਲਈ? ਇਹਨਾਂ ਨੇ ਸੈਟਅਪ ਕਰਨਾ ਇਨਕਿਊਬੇਸ਼ਨ ਸੈਂਟਰ ਹੈ ਨਾ ਜਿਹੜਾ, ਇਹ ਕਿਸ ਚੀਜ਼ ਦੇ ਰਿਗਾਰਡਿੰਗ ਵਰਕ ਕਰੂਗਾ? ਜਿਵੇਂ ਰੋਕਟ ਵਗੈਰਾ ਲਾਂਚ ਕਰਦੇ ਨੇ, ਇਸਰੋ ਦਾ ਕੰਮ ਹੀ ਇਹ ਹੈ ਰੋਕਟ ਵਗੈਰਾ ਲਾਂਚ ਕਰਨੇ, ਤਾਂ ਉਹਨਾਂ ਦੀ ਟੈਸਟਿੰਗ ਵਗੈਰਾ ਕਰਨੀ ਫਰਦਰ ਲਾਂਚ ਕਰਨ ਤੋਂ ਪਹਿਲਾਂ। ਤਾਂ ਮਤਲਬ ਕੀ ਹੈ, ਰੋਕਟਸ ਨਾਲ ਰਿਲੇਟਡ, ਲਾਂਚਿੰਗ ਨਾਲ ਰਿਲੇਟਡ ਵਰਕਆਊਟ ਇਹ ਕਰੂਗਾ ਸੈਂਟਰ। ਇਨਕਿਊਬੇਸ਼ਨ ਸੈਂਟਰ ਹੈ, ਇਸਰੋ ਨੇ ਲਾਂਚ ਕੀਤਾ ਕਰਨਾ ਹੈ। ਮਤਲਬ ਐਗਰੀਮੈਂਟ ਕਿਹਦੇ ਲਈ, ਕਿਹਦੇ ਨਾਲ ਕੀਤਾ? VSSUT, ਵੀਰ ਸੁਰਿੰਦਰ ਸਾਈ ਯੂਨੀਵਰਸਿਟੀ ਆਫ ਟੈਕਨੋਲੋਜੀ। ਇਹ ਤੁਸੀਂ ਸਾਰਾ ਕੁਝ ਕੀ ਹੈ ਯਾਦ ਰੱਖਣਾ। ਹੁਣ ਇਹਦੇ ਵਿੱਚ ਆ ਗਿਆ ਜੀ ਇਸਰੋ। ਮੈਨੀ ਟਾਈਮਸ ਮੈਂ ਤੁਹਾਨੂੰ ਇਸਰੋ ਬਾਰੇ ਚੀਜ਼ਾਂ ਦੱਸੀਆਂ ਨੇ ਕਿ ਇਹਦਾ ਹੈੱਡਕੁਆਟਰ ਕਿੱਥੇ ਹੈ ਨਾ, ਉਹ ਵੀ ਤੁਸੀਂ ਯਾਦ ਰੱਖਣਾ। ਇਸਰੋ ਦੇ ਬਾਰੇ ਸਭ ਤੋਂ ਪਹਿਲਾਂ ਯਾਦ ਰੱਖਣਾ, ਇਸਰੋ ਦੀ ਫਾਰਮੇਸ਼ਨ ਕਦੋਂ ਹੋਈ? 15 ਅਗਸਤ 1969 ਦੇ ਵਿੱਚ, ਇਹ ਯਾਦ ਰੱਖਣਾ। ਸੈਕਿੰਡਲੀ ਯਾਦ ਰੱਖਣਾ ਇਹਦਾ ਹੈੱਡਕੁਆਟਰ ਕਿੱਥੇ ਹੈ। ਹੈੱਡਕੁਆਟਰ ਹੈਗਾ ਜਿਹਦਾ ਬੈਂਗਲੁਰੂ, ਠੀਕ ਹੈ। ਥਰਡਲੀ ਯਾਦ ਰੱਖਣਾ ਤੁਸੀਂ ਕਿ ਇਹਦੇ ਐਟ ਪ੍ਰੈਜ਼ੈਂਟ ਚੇਅਰਮੈਨ ਕੌਣ ਨੇ?
इसरो के चेयरमैन है जी के सिवन। तिन्ने चीज़ां इसरो जो भी आऊगा रिवाइज करनी तो मोस्ट इंपॉर्टेंट है। क्लीयर है जी। हाँ जी, नैक्सट न्यूज़ के उत्ते आप मूव ऑन करते हैं। इंपॉर्टेंट डेज आ गए जी। 30 अगस्त का डे है जोड़ा एक किस के तौर पर मनाया जाता, नैशनल स्मॉल इंडस्ट्रीज डे के तौर पर 30 अगस्त का जो डे है ऑबजर्व किया जाता है। ठीक है, ਹੁਣ ਜਿਹੜੇ ਲਘੂ ਉਦਯੋਗ ਹੁੰਦੇ ਨੇ ਨਾ, ਛੋਟੇ ਉਦਯੋਗ, ਉਹਨਾਂ ਨੂੰ ਆਪਾਂ ਲਘੂ ਉਦਯੋਗ ਵੀ ਕਹਿ ਦਿੰਦੇ ਆ, ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ, ਉਹਦੀ ਡਿਵੈਲਪਮੈਂਟ ਦੇ ਲਈ ਇਹ ਜਿਹੜਾ ਡੇ ਹੈ ਮਨਾਇਆ ਜਾਂਦਾ। ਕਲੀਅਰ ਹੈ। ਅੱਛਾ, ਇਹਦੇ ਨਾਲ ਹੀ ਰਿਲੇਟਡ ਜਿਹਾ ਡੇ ਹੈਗਾ 27 ਜੂਨ ਨੂੰ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ MSME ਡੇ। MSME ਡੇ ਮਾਈਕਰੋ ਸਮਾਲ ਮੀਡੀਅਮ ਇੰਟਰਪ੍ਰਾਈਜ਼ਸ ਹੁੰਦੀਆਂ ਨੇ ਜਿਹੜੀਆਂ, ਉਹਨਾਂ ਦੇ ਰਿਲੇਟਡ ਹੈਗਾ ਇਹ ਮਨਾਇਆ ਜਾਂਦਾ ਪਰ 27 ਜੂਨ ਨੂੰ। ਬਟ ਜਿਹੜਾ ਸਮੋਲ ਇੰਡਸਟਰੀਜ਼ ਵਾਲਾ ਇਹ 30 ਅਗਸਤ ਨੂੰ ਮਨਾਇਆ ਜਾਂਦਾ। ਤਾਂ ਦੋਨੇ ਤੁਸੀਂ ਤਰੀਕੇ ਨਾਲ ਕੀ ਰੱਖਣੇ ਨੇ, ਯਾਦ ਰੱਖਣੇ ਨੇ। ਅੱਛਾ, ਅਗੇਨ ਦੇਖੋ ਹੁਣ ਡੇਜ਼ ਤੋਂ ਨਿਊਜ਼ ਆਈ ਹੈ ਤਾਂ ਆਪਾਂ ਥੋੜ੍ਹੇ ਜਿਹੇ ਡੇਜ਼ ਰਿਵਾਈਜ਼ ਕਰ ਲੈਂਦੇ ਹਾਂ ਬੈਕ ਦੇ ਵਿੱਚ ਜਾ ਕੇ, ਤਾਂ ਕਿ ਜਿਹੜੀ ਤੁਹਾਨੂੰ ਕੋਈ ਵੀ ਕਨਫਿਊਜ਼ਨ ਹੈ ਜਿਹੜੀ ਡੇਜ਼ ਨਾਲ ਰਿਲੇਟਡ ਉਹ ਨਾ ਰਹੇ। ਕਰੀਏ ਸ਼ੁਰੂ। ਤੁਸੀਂ ਦੇਖੋ ਪਤਾ ਕੀ ਕਰਿਆ ਕਰੋ, ਖੁਦ ਦੇਖੋ ਹੁਣ 30 ਅਗਸਤ ਹੋ ਗਈ ਹੈ ਨਾ, ਇਸ ਤੋਂ ਬਾਅਦ ਆਪਾਂ ਸਤੰਬਰ ਦੇ ਮੰਥ ਆ ਜਾਣਗੇ, ਮਤਲਬ ਸਤੰਬਰ ਦਾ ਕਿਹੜਾ ਡੇ ਕੀ ਮਨਾਇਆ ਜਾਂਦਾ, ਤਾਂ ਉਸ ਤੋਂ ਬਾਅਦ ਅਗਸਤ ਦੇ ਰਿਵਾਈਜ਼ ਨਹੀਂ ਹੋਣੇ। ਬਟ ਮੈਂ ਤੁਹਾਨੂੰ ਇੰਨੇ ਵਾਰੀ ਅਗਸਤ ਦੇ ਰਿਵਾਈਜ਼ ਕਰਾ ਚੁੱਕੀ ਹਾਂ ਕਿ ਇਸ ਤੋਂ ਬਾਅਦ ਤੁਹਾਨੂੰ ਰਿਵੀਜ਼ਨ ਦੀ ਲੋੜ ਹੀ ਨਹੀਂ ਪੈਣੀ ਹੈ ਨਾ। ਚਲੋ ਦੁਬਾਰਾ ਤੋਂ ਸ਼ੁਰੂ ਕਰਦੇ ਹਾਂ। 1 ਅਗਸਤ ਨੂੰ ਮਨਾਇਆ ਜਾਂਦਾ ਮੁਸਲਿਮ ਵਿਮਨ ਰਾਈਟ ਡੇ। ਕਲੀਅਰ ਹੈ। ਉਸ ਤੋਂ ਬਾਅਦ 3 ਅਗਸਤ ਨੂੰ ਮਨਾਇਆ ਜਾਂਦਾ ਜੀ ਵਰਲਡ ਸੰਸਕ੍ਰਿਤਿਕ ਡੇ, ਸੰਸਕ੍ਰਿਤ ਡੇ। ਠੀਕ ਹੈ, ਸੰਸਕ੍ਰਿਤ ਡੇ। 1 ਤੋਂ ਲੈ ਕੇ 7 ਅਗਸਤ ਤੱਕ ਇੱਕ ਵੀਕ ਮਨਾਇਆ ਗਿਆ ਵਰਲਡ ਬ੍ਰੈਸਟ ਫੀਡਿੰਗ ਵੀਕ। ਕਲੀਅਰ ਹੈ, ਇਹ ਯਾਦ ਰੱਖ ਲਿਓ। ਉਸ ਤੋਂ ਬਾਅਦ ਗੱਲ ਕਰਾਂ ਜੇ ਮੈਂ 6 ਅਗਸਤ ਦੀ, 6 ਅਗਸਤ ਨੂੰ ਮਨਾਇਆ ਗਿਆ ਜੀ ਹੀਰੋਸ਼ੀਮਾ ਡੇ। ਹੀਰੋਸ਼ੀਮਾ ਡੇ ਯਾਦ ਰੱਖਣਾ। 6 ਨੂੰ ਉਲਟਾਉਂਗੇ 9 ਅਗਸਤ। 9 ਅਗਸਤ ਨੂੰ ਕਿਹੜਾ ਮਨਾਇਆ ਗਿਆ, ਨਾਗਾਸਾਕੀ ਡੇ। ਇਹਨਾਂ ਦੀ ਜਿਹੜੀ ਫੁੱਲ ਔਨ ਡਿਟੇਲ ਹੈ ਮੈਂ ਤੁਹਾਨੂੰ ਪ੍ਰੀਵੀਅਸ ਲੈਕਚਰਸ ਦੇ ਵਿੱਚ ਕਰਾਈ ਹੋਈ ਹੈ ਕਿ ਇਸ ਡੇ ਨੂੰ ਮਤਲਬ ਜਿਹੜਾ ਬੰਬ ਸੁੱਟਿਆ ਗਿਆ ਸੀ ਨਿਊਕਲੀਅਰ ਹੈ ਨਾ, ਤਾਂ ਉਹਨੂੰ ਕੀ ਕਹਿੰਦੇ ਨੇ, ਇਹਦੇ ਵਾਲੇ ਨੂੰ ਕੀ ਕਹਿੰਦੇ ਨੇ, ਉਹ ਤੁਸੀਂ ਪ੍ਰੀਵੀਅਸ ਵੀਡੀਓਜ਼ ਚੈੱਕਆਊਟ ਕਰ ਲਓ, ਇੱਥੇ ਉਨੀ ਰਿਵੀਜ਼ਨ ਨਹੀਂ ਹੋ ਪਾਊਗੀ। 7 ਅਗਸਤ ਨੂੰ ਨੈਸ਼ਨਲ ਹੈਂਡਲੂਮ ਡੇ ਮਨਾਇਆ ਜਾਂਦਾ। ਕਲੀਅਰ ਹੈ ਜੀ। ਉਸ ਤੋਂ ਬਾਅਦ ਆ ਗਿਆ ਆਪਣਾ 8 ਅਗਸਤ। 8 ਅਗਸਤ ਨੂੰ ਕਿਹੜਾ ਡੇ ਮਨਾਇਆ ਜਾਂਦਾ, 78th ਦਾ ਐਡੀਸ਼ਨ ਸੀਗਾ ਕੁਇਟ ਇੰਡੀਆ ਮੂਵਮੈਂਟ। ਠੀਕ ਹੈ, ਭਾਰਤ ਛੱਡੋ ਅੰਦੋਲਨ, ਕੁਇਟ ਇੰਡੀਆ ਮੂਵਮੈਂਟ। ਇਸ ਦੇ ਦੌਰਾਨ ਇੱਕ ਨਾਰਾ ਦਿੱਤਾ ਗਿਆ ਸੀ ਡੂ ਔਰ ਡਾਈ ਦਾ ਨਾਰਾ, ਉਹ ਵੀ ਤੁਸੀਂ ਯਾਦ ਰੱਖਣਾ। ਇਹਨੂੰ ਅਗਸਤ ਕ੍ਰਾਂਤੀ ਦਿਵਸ ਵੀ ਕਹਿੰਦੇ ਨੇ। ਠੀਕ ਹੈ, ਇਹ ਸਾਰੀ ਇਨਫੋਰਮੇਸ਼ਨ ਇਹ ਤੋਂ ਯਾਦ ਰੱਖਿਓ। 9 ਅਗਸਤ ਤੇ ਦੁਬਾਰਾ ਆਉਂਦੇ ਹਾਂ, ਨਾਗਾਸਾਕੀ ਡੇ ਤਾਂ 9 ਅਗਸਤ ਤੋਂ ਯਾਦ ਰੱਖਣਾ ਹੀ ਰੱਖਣਾ। ਇੱਕ ਹੋਰ ਡੇ ਯਾਦ ਰੱਖਣਾ, ਵਰਲਡ ਟਰਾਈਬਲ ਡੇ। ਕਿਹੜਾ ਡੇ ਜੀ, ਵਰਲਡ ਟਰਾਈਬਲ ਡੇ। ਹਾਂਜੀ, ਨੈਕਸਟ 'ਤੇ ਮੂਵ ਔਨ ਕਰਦੇ ਹਾਂ। 9 ਅਗਸਤ ਤੋਂ ਬਾਅਦ ਆ ਜਾਓ ਜੀ 10 ਅਗਸਤ 'ਤੇ। 10 ਅਗਸਤ ਨੂੰ ਕਿਹੜਾ ਡੇ ਮਨਾਇਆ ਜਾਂਦਾ, ਵਰਲਡ ਬਾਇਓਫਿਊਲ ਡੇ। ਵਰਲਡ ਬਾਇਓਫਿਊਲ ਡੇ। ਠੀਕ ਹੈ, ਇਸ ਤੋਂ ਬਾਅਦ ਆਪਾਂ 12 ਅਗਸਤ 'ਤੇ ਆਉਂਦੇ ਹਾਂ। 12 ਅਗਸਤ ਵਾਲਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਯਾਦ ਰੱਖਣਾ ਤੁਸੀਂ ਬਿਲਕੁਲ ਵੀ ਨਹੀਂ ਭੁੱਲਣਾ। 12 ਅਗਸਤ ਨੂੰ ਮਨਾਇਆ ਜਾਂਦਾ ਜੀ ਇੰਟਰਨੈਸ਼ਨਲ ਯੂਥ ਡੇ। ਇੰਟਰਨੈਸ਼ਨਲ ਯੂਥ ਡੇ। ਅੱਛਾ, ਜੇ ਨੈਸ਼ਨਲ ਯੂਥ ਡੇ ਪੁੱਛ ਲੈਣ ਤੁਹਾਨੂੰ ਕਿ ਨੈਸ਼ਨਲ ਯੂਥ ਡੇ ਕਦੋਂ ਮਨਾਇਆ ਜਾਂਦਾ, ਤਾਂ ਉਹ 12 ਜਨਵਰੀ ਨੂੰ ਮਨਾਇਆ ਜਾਂਦਾ। 12 ਜਨਵਰੀ ਨੂੰ ਮਨਾਇਆ ਜਾਂਦਾ ਆਪਣਾ ਨੈਸ਼ਨਲ ਯੂਥ ਡੇ। 12 ਅਗਸਤ ਨੂੰ ਇੱਕ ਹੋਰ ਡੇ ਵੀ ਮਨਾਇਆ ਜਾਂਦਾ, ਉਹ ਵੀ ਯਾਦ ਰੱਖ ਲਿਓ 12 ਅਗਸਤ ਨੂੰ। ਉਹ ਕਿਹੜਾ ਜੀ, ਵਰਲਡ ਐਲੀਫੈਂਟ ਡੇ। ਐਲੀਫੈਂਟ ਡੇ, ਇਹ ਵੀ ਯਾਦ ਰੱਖਣਾ। ਕਲੀਅਰ ਹੈ। 13 ਅਗਸਤ 'ਤੇ ਆਉਂਦੇ ਹਾਂ ਇਸ ਤੋਂ ਬਾਅਦ ਜੀ। 13 ਅਗਸਤ ਨੂੰ ਕਿਹੜਾ ਡੇ ਮਨਾਇਆ ਗਿਆ ਜੀ, ਵਰਲਡ ਔਰਗਨ ਡੋਨੇਸ਼ਨ ਡੇ। ਇਹ ਜਿਹੜੇ ਆਪਣੇ ਔਰਗਨਸ ਵਗੈਰਾ ਹੁੰਦੇ ਨੇ ਹੈ ਨਾ ਆਫਟਰ ਡੈਥ, ਆਪਣੇ ਤਾਂ ਕਿਸੇ ਕੰਮ ਦੇ ਨਹੀਂ, ਜਦੋਂ ਡੈਥ ਹੀ ਹੋ ਗਈ ਹੈ ਨਾ ਤਾਂ ਇਹ ਡੋਨੇਟ ਕਰ ਦਿੱਤੇ ਜਾਂਦੇ ਨੇ। ਕਾਹਦੇ ਲਈ ਡੋਨੇਟ ਕਰ ਦਿੱਤੇ ਜਾਂਦੇ ਨੇ, ਤਾਂ ਕਿ ਹੋਰ ਕਿਸੇ ਜ਼ਿੰਦਗੀ ਬਚ ਸਕੇ। 15 ਅਗਸਤ 'ਤੇ ਜੇ ਮੈਂ ਆਵਾਂ, 15 ਅਗਸਤ ਤੋਂ ਕਾਫੀ ਕੁਛ ਕਰਾਇਆ ਸੀ, ਪਲੀਜ਼ ਵੀਡੀਓਜ਼ ਚੈੱਕਆਊਟ ਕਰ ਲਓ 15 ਅਗਸਤ ਵਾਲੀ, ਤਾਂ ਉਹਦੇ 'ਚ ਮੈਂ ਬਹੁਤ ਡਿਟੇਲ 'ਚ ਕਰਵਾਇਆ ਸੀ ਕਿਉਂਕਿ ਆਪਣਾ ਇੰਡੀਪੈਂਡੈਂਸ ਡੇ ਵੀ ਸੀਗਾ। 15 ਅਗਸਤ ਨੂੰ ਆਪਣਾ ਜਿਹੜਾ 74ਵਾਂ ਇੰਡੀਪੈਂਡੈਂਸ ਡੇ ਸੀਗਾ, ਨਰਿੰਦਰ ਮੋਦੀ ਜੀ ਨੇ 7ਵੀਂ ਵਾਰ ਤਿਰੰਗਾ ਝੰਡਾ ਫਹਿਰਾਇਆ ਸੀਗਾ ਰੈੱਡ ਫੋਰਟ ਦੇ ਉੱਤੇ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਇਸ ਦਿਨ ਮਹਿੰਦਰ ਸਿੰਘ ਧੋਨੀ ਹੈ ਅਤੇ ਆਪਣੇ ਸੁਰੇਸ਼ ਰੈਣਾ, ਇਹਨਾਂ ਦੋਨਾਂ ਨੇ ਰਿਟਾਇਰਮੈਂਟ ਘੋਸ਼ਿਤ ਕੀਤੀ ਸੀਗੀ ਇੰਟਰਨੈਸ਼ਨਲ ਕ੍ਰਿਕਟ ਤੋਂ ਆਪਣੀ। ਰਾਮਨਾਥ ਕੋਵਿੰਦ ਜੀ ਨੇ ਅਨਾਊਂਸ ਕੀਤਾ ਸੀ ਕਿ 84 ਹੈ ਜਿਹੜੇ ਗੈਲੈਂਡਰੀ ਅਵਾਰਡਸ ਮਿਲਣਗੇ। ਇਹ ਸਾਰਾ ਕੁਛ ਕੀ ਹੈ ਤੁਸੀਂ ਇਹ ਤੋਂ ਯਾਦ ਰੱਖਣਾ। ਇਸ ਤੋਂ ਇਲਾਵਾ 15 ਅਗਸਤ ਨੂੰ ਇੱਕ ਹੋਰ ਕੈਂਪੇਨ ਸ਼ੁਰੂ ਹੋਈ ਸੀਗੀ, ਡੀ ਐਡਿਕਸ਼ਨ ਕੈਂਪੇਨ। ਕਿਹੜੀ, ਡੀ ਐਡਿਕਸ਼ਨ ਕੈਂਪੇਨ, ਉਹ ਵੀ ਯਾਦ ਰੱਖਣਾ। ਨਸ਼ਾ ਛੱਡੋ, ਨਸ਼ਾ ਮੁਕਤੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਣਾ 19 ਅਗਸਤ ਆ ਗਿਆ। 19 ਅਗਸਤ ਨੂੰ ਵਰਲਡ ਹਿਊਮਨਟੇਰੀਅਨ ਡੇ। ਹਿਊਮਨਟੇਰੀਅਨ ਡੇ ਇਹ ਕਦੋਂ ਮਨਾਇਆ ਜਾਂਦਾ, 19 ਅਗਸਤ ਨੂੰ ਮਨਾਇਆ ਜਾਂਦਾ। UN ਵੱਲੋਂ ਹੀ ਇਹ ਵੀ ਸੈਲੀਬ੍ਰੇਟ ਕੀਤਾ ਜਾਂਦਾ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ 21 ਅਗਸਤ ਦੀ, ਵਰਲਡ ਸੀਨੀਅਰ ਸਿਟੀਜ਼ਨ ਡੇ, ਜਿਹੜੇ ਆਪਣੇ ਬਜ਼ੁਰਗ ਹੁੰਦੇ ਨੇ, ਵਰਲਡ ਸੀਨੀਅਰ ਸਿਟੀਜ਼ਨ ਡੇ ਹੈ ਜਿਹੜਾ ਮਨਾਇਆ ਜਾਂਦਾ। ਦੈਨ ਆਪਾਂ ਆਉਂਦੇ ਹਾਂ 23 ਅਗਸਤ 'ਤੇ। 23 ਅਗਸਤ ਨੂੰ ਕਿਹੜਾ ਡੇ ਮਨਾਇਆ ਜਾਂਦਾ ਜੀ, ਇੰਟਰਨੈਸ਼ਨਲ ਡੇ ਫॉर ਸਲੇਵਸ ਟ੍ਰੇਡ ਐਂਡ ਇਟਸ ਐਬੋਲਿਊਸ਼ਨ।
ਇੰਟਰਨੈਸ਼ਨਲ ਡੇ ਫॉर ਸਲੇਵ। ਸਲੇਵ ਹੁੰਦੇ ਗੁਲਾਮ, ਗੁਲਾਮ ਪ੍ਰਥਾ ਨਹੀਂ ਪਹਿਲਾਂ ਚੱਲਦੀ ਹੁੰਦੀ ਸੀਗੀ, ਸਲੇਵ ਦਾ ਟ੍ਰੇਡ ਹੁੰਦਾ ਸੀ ਜਿਹੜਾ। ਐਂਡ ਇਟਸ ਐਬੋਲਿਊਸ਼ਨ। ਐਬੋਲਿਊਸ਼ਨ ਦਾ ਮਤਲਬ ਹੁੰਦਾ ਉਸ ਚੀਜ਼ ਨੂੰ ਖਤਮ ਕਰਨਾ, ਠੀਕ ਹੈ। ਉਹਦੇ ਰਿਗਾਰਡਿੰਗ ਹੈ ਜਿਹੜਾ ਇਹ ਡੇ ਹੈ ਸੈਲੀਬ੍ਰੇਟ ਕੀਤਾ ਜਾਂਦਾ। ਕਲੀਅਰ ਹੈ ਜੀ। ਇਸ ਤੋਂ ਬਾਅਦ ਆਪਾਂ ਨੈਕਸਟ ਆਉਣੇ ਆ 29 ਅਗਸਤ ਤੇ। 29 ਅਗਸਤ ਦੇਖੋ 30 ਤਾਂ ਫਿਰ ਆਪਾਂ ਪਹੁੰਚ ਹੀ ਗਏ ਨਾ। ਨੈਸ਼ਨਲ ਸਪੋਰਟਸ ਡੇ ਹੈ ਜਿਹੜਾ 29 ਅਗਸਤ ਨੂੰ ਮਨਾਇਆ ਜਾਂਦਾ ਹੈ। ਇਹ ਯਾਦ ਰੱਖਣਾ, ਬਹੁਤ ਇੰਪੋਰਟੈਂਟ ਡੇ ਹੈ। ਇਸੇ ਦਿਨ ਹੈ ਜਿਹੜਾ ਨੈਸ਼ਨਲ ਸਪੋਰਟਸ ਅਵਾਰਡ ਵੀ ਵੰਡੇ ਜਾਂਦੇ ਨੇ, ਠੀਕ ਹੈ। ਅਤੇ ਮੇਜਰ ਧਿਆਨ ਚੰਦ ਸਿੰਘ ਜੀ ਨੇ ਜਿਹੜੇ, ਉਹਨਾਂ ਦੀ ਬਰਥ ਐਨੀਵਰਸਰੀ 'ਤੇ ਇਹ ਸੈਲੀਬ੍ਰੇਟ ਕੀਤਾ ਜਾਂਦਾ। ਹਾਂਜੀ, ਇਹ ਤੋਂ ਇਹ ਵੀ ਇੱਕ ਚੀਜ਼ ਤੁਸੀਂ ਯਾਦ ਰੱਖਿਓ ਕਿ ਇਸ ਡੇ ਦੇ ਉੱਤੇ ਨਾ ਆਪਾਂ ਨੇ ਅਵਾਰਡਸ ਜਿਹੜੇ ਤੁਹਾਨੂੰ ਦੱਸਿਆ ਕਿ ਡਿਸਟਰੀਬਿਊਟ ਕੀਤੇ ਗਏ ਨੇ। ਬਸ ਤੁਸੀਂ ਯਾਦ ਰੱਖਣਾ ਕਿ 5 ਤਾਂ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਦਿੱਤੇ ਗਏ ਨੇ, 8+5 ਯਾਦ ਰੱਖਣਾ ਇਜ਼ ਇਕੁਅਲ ਟੂ 13। ਇਹ ਦੱਸ ਰਹੀ ਹਾਂ ਦਰੋਣਾਚਾਰਿਆ ਅਵਾਰਡ, ਠੀਕ ਹੈ। 13 ਅਵਾਰਡ ਕਿੰਨੇ ਦਿੱਤੇ ਗਏ ਨੇ? ਦਰੋਣਾਚਾਰਿਆ ਅਵਾਰਡ। 8 ਨੇ ਤਾਂ ਲਾਈਫ ਟਾਈਮ ਕੈਟਾਗਰੀ ਦੇ ਵਿੱਚ ਨੇ, ਅਤੇ ਜਿਹੜੇ 5 ਨੇਗੇ ਉਸ ਤੋਂ ਬਾਅਦ ਇਹ ਹੈਗੇ ਨੇ ਰੈਗੂਲਰ ਕੈਟਾਗਰੀ ਦੇ ਵਿੱਚ। ਇਹ ਵੀ ਯਾਦ ਰੱਖਣਾ। ਦੈਨ ਆ ਗਏ ਆਪਣੇ ਅਰਜੁਨ ਅਵਾਰਡ। ਅਰਜੁਨ ਅਵਾਰਡ ਕਿੰਨੇ ਦਿੱਤੇ ਗਏ ਨੇ? 27। ਇਹ ਵੀ ਯਾਦ ਰੱਖ ਲਿਓ। ਉਸ ਤੋਂ ਬਾਅਦ ਧਿਆਨ ਚੰਦ ਅਵਾਰਡ। ਚੰਦ ਅਵਾਰਡ ਇਹ ਕਿੰਨੇ ਦਿੱਤੇ ਗਏ ਨੇ ਜੀ? 15, ਠੀਕ ਹੈ। ਇਹ ਸਾਰੀ ਇਨਫੋਰਮੇਸ਼ਨ ਇਹਨਾਂ ਅਵਾਰਡਸ ਤੁਸੀਂ ਕੀ ਰੱਖਣੀ ਹੈ? ਯਾਦ ਰੱਖਣੀ ਹੈ। ਇਸ ਤੋਂ ਇਲਾਵਾ ਤੁਹਾਨੂੰ ਪ੍ਰੀਵੀਅਸ ਵੀਡੀਓ ਦੇ ਵਿੱਚ ਮੈਂ ਸਾਰੇ ਦੱਸੇ ਸੀਗੇ ਕਿ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਕਿਹਨਾਂ ਨੂੰ ਮਿਲ ਰਿਹਾ, ਠੀਕ ਹੈ। ਜੇ ਸਪੋਰਟਸ ਦੇ ਫੀਲਡ ਦਾ ਬਿਗੈਸਟ ਅਵਾਰਡ ਦੀ ਗੱਲ ਕਰੀਏ ਕਿ ਜਿਹੜੇ ਖੇਡਾਂ ਦੇ ਫੀਲਡ ਦੇ ਵਿੱਚ ਸਭ ਤੋਂ ਵੱਡਾ ਅਵਾਰਡ ਹੈ ਜਿਹੜਾ, ਉਹ ਕਿਹੜਾ? ਤਾਂ ਉਹ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਹੈ। 1991-92 ਦੇ ਵਿੱਚ ਸਟਾਰਟ ਹੋਇਆ ਸੀ। ਅਤੇ ਪਹਿਲੇ ਰੈਸੀਪੈਂਟ ਮਤਲਬ ਪਹਿਲਾਂ ਕਿਹਨੂੰ ਰਿਸੀਵ ਹੋਇਆ ਸਭ ਤੋਂ ਪਹਿਲਾਂ? ਉਹਨਾਂ ਦਾ ਨਾਮ ਹੈ ਜੀ ਵਿਸ਼ਵਾਨਾਥਨ ਆਨੰਦ, ਅਤੇ ਇਹ ਸ਼ਤਰੰਜ ਦੇ ਖਿਲਾੜੀ ਸੀਗੇ। ਇਹ ਵੀ ਯਾਦ ਰੱਖ ਲਿਓ, ਠੀਕ ਹੈ। ਅਤੇ ਜਿਹੜੇ ਸਾਰੇ ਅਵਾਰਡਸ ਨੇ ਨਾ, ਇਹਨਾਂ ਦੀ ਰਾਸ਼ੀ ਵਧਾ ਦਿੱਤੀ ਗਈ। ਮਤਲਬ ਕਿਸੇ ਦੀ ਪਹਿਲਾਂ 5 ਲੱਖ ਸੀ ਤਾਂ 15 ਕਰਤੀ, ਕਿਸੇ ਦੀ 15 ਕਰਤੀ, ਵਧਾ ਕੇ ਕਿਸੇ ਦੀ 10 ਲੱਖ ਕਰਤੀ। ਤਾਂ ਉਹ ਮੈਂ ਤੁਹਾਨੂੰ ਪ੍ਰੀਵੀਅਸ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਕਿਹਦੀ ਵਧਾ ਕੇ ਕਿੰਨੀ ਕੀਤੀ ਗਈ ਹੈ। ਉਹਦੇ ਲਈ ਤੁਸੀਂ ਪਲੀਜ਼ ਉਹਨੂੰ ਚੈੱਕਆਊਟ ਕਰ ਲੈਣਾ। ਹਾਂਜੀ, ਅਤੇ ਇਸੇ ਤਰੀਕੇ ਨਾਲ ਆਪਣੇ ਅਗਸਤ ਦੇ ਵੀ ਖਤਮ ਹੋ ਗਏ ਹੈ ਨਾ। ਇਸ ਤੋਂ ਬਾਅਦ ਅਗਸਤ ਦੀ ਰੈਪੀਟੀਸ਼ਨ ਨਹੀਂ ਹੋਣੀ, ਬਿਕੋਜ਼ ਸਤੰਬਰ ਦੇ ਸ਼ੁਰੂ ਹੋ ਜਾਣਗੇ, ਤਾਂ ਆਪਾਂ ਉਹੀ ਡੇਜ਼ ਦੁਬਾਰਾ ਤੋਂ ਰਿਵਾਈਜ਼ ਕਰਾਂਗੇ। ਜਿਵੇਂ ਅਗਸਤ ਦੇ ਤੁਹਾਨੂੰ ਯਾਦ ਹੋ ਗਏ ਤਾਂ ਸਤੰਬਰ ਦੇ ਵੀ ਬਹੁਤ ਵਧੀਆ ਤਰੀਕੇ ਨਾਲ ਯਾਦ ਹੋ ਜਾਣਗੇ। ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਆਈ ਹੋਪ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ, ਇਨਫੋਰਮੇਟਿਵ ਲੱਗੀ ਹੋਊਗੀ। ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ, ਅਤੇ ਨੀਚੇ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਜਿਹੜੇ ਕੁਐਸਚਨਸ ਮੈਂ ਤੁਹਾਨੂੰ ਪੁੱਛੇ ਨੇ ਉਹਨਾਂ ਦਾ ਆਨਸਰ, ਅਤੇ ਵੀਡੀਓ ਕਿਵੇਂ ਦੀ ਲੱਗੀ ਆਪਣਾ ਫੀਡਬੈਕ ਜ਼ਰੂਰ ਦੇ ਦਿਓ, ਠੀਕ ਹੈ ਜੀ। ਫਨਕਾਰ ਸਰ ਦੀਆਂ ਲਾਈਵ ਕਲਾਸਿਸ ਅਨਅਕੈਡਮੀ 'ਤੇ ਚੈੱਕਆਊਟ ਕਰ ਲਿਓ। ਇਹ ਉਹਨਾਂ ਦਾ ਨੰਬਰ ਫਲੈਸ਼ ਹੋ ਰਿਹਾ ਸਕਰੀਨ ਦੇ ਉੱਤੇ। ਜੇ ਕੋਈ ਡਾਊਟ ਵਗੈਰਾ ਕੁਝ ਵੀ ਪੁੱਛਣਾ ਹੈਗਾ ਤੁਸੀਂ ਤਾਂ ਇਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਕਲੀਅਰ ਹੈ। ਜੇ ਤੁਸੀਂ ਚਾਹੁੰਦੇ ਹੋ ਇਸ ਸੀਰੀਜ਼ ਨੂੰ ਕੰਟੀਨਿਊ ਰੱਖਿਆ ਜਾਵੇ, ਸੋ ਪਲੀਜ਼ ਸ਼ੇਅਰ ਦਿਸ ਵੀਡੀਓ ਟੂ ਦੀ ਮੈਕਸੀਮਮ ਪੀਪਲ, ਠੀਕ ਹੈ, ਤਾਂ ਕਿ ਆਪਾਂ ਇਸ ਸੀਰੀਜ਼ ਨੂੰ ਕੰਟੀਨਿਊ ਰੱਖ ਸਕੀਏ, ਠੀਕ ਹੈ ਜੀ। ਕਿਉਂਕਿ ਜੇ ਸ਼ੇਅਰ ਹੋ ਗਏ, ਵਿਊਜ਼ ਹੋ ਗਏ, ਤਾਂ ਹੀ ਆਪਾਂ ਇਸ ਸੀਰੀਜ਼ ਨੂੰ ਕੰਟੀਨਿਊ ਰੱਖ ਪਾਵਾਂਗੇ। ਤਾਂ ਇਹ ਜਸਟ ਤੁਹਾਡੇ 'ਤੇ ਡਿਪੈਂਡ ਕਰਦਾ ਹੈ। ਜੇ ਤੁਸੀਂ ਦੇਖਣਾ ਚਾਹੁੰਦੇ ਹੋ ਇਹ ਜਿਹੀਆਂ ਫਰਦਰ ਵੀਡੀਓਜ਼, ਪਲੀਜ਼ ਸ਼ੇਅਰ ਕਰ ਦਿਓ, ਠੀਕ ਹੈ। ਥੈਂਕ ਯੂ ਸੋ ਮਚ। ਮਿਲਦੇ ਹਾਂ ਆਪਾਂ ਨੈਕਸਟ ਵੀਡੀਓ।